Good morning, students. Beta आज ਆਪਾਂ we are going to do the free verse. Free verse is the poetry which does not have regular meter. It does not rhyme and it uses irregular and sometimes very short fine line lengths. Writers of free verse disregard the traditional poetic conventions of rhyme and meter. Parallelism, repetition, stresses of everyday discourse is used in free verse. Even during the time of King James, when the translation of the biblical psalms was going on, it was recognized as a new form of poetry. Walt Whitman, Leaves of Grass, then T.S. Eliot used this type of free verse, and then Ezra Pound. We find that it is very popular these days because people who are dabbling in poetry for the first time, they usually write poetry in free verse. The next term is mock epic. Mock ਕੀ ਹੁੰਦਾ ਹੈ? It is a work in which a trivial subject is made ridiculous by being treated with elaborate and dignified devices of an epic. Heroic poems like the Iliad and the Aeneid deal with the man in his exalted aspects. Their action is weighty, their personages are dignified, and the style is elevated. The mock epic writings, on the other hand, imitate this style and they apply it to trivial situations. In this way, they achieve a highly ludicrous effect. The Rape of the Lock is undoubtedly one of the greatest mock epic in English literature. It is lock is here. Lock ਹੁੰਦਾ ਹੈ ਬਾਲ, ਬਾਲਾਂ ਨੂੰ ਕੱਟਣਾ, ਮਤਲਬ ਬੜੀ ਛੋਟੀ ਜਿਹੀ ਕੰਮ ਹੈ। ਆਪਾਂ ਬਾਲਾਂ ਨੂੰ ਬੜੇ ਲੋਕ ਕੱਟਦੇ ਨੇ, ਬਟ ਉਸ ਦੇ ਉੱਤੇ ਇੱਕ ਐਡੀ ਵੱਡੀ ਪੋਇਮ ਲਿਖ ਦੇਣੀ, ਰੇਪ ਆਫ ਅ ਲੋਕ। ਅਤੇ ਮਤਲਬ ਇੱਕ ਬਾਲ ਨੂੰ ਕੱਟਣ ਨੂੰ ਇੱਕ ਉਹਦਾ ਰੇਪ ਕਰਨਾ ਕਿਹਾ ਗਿਆ ਹੈ। ਕਟਿੰਗ ਆਫ ਅ ਲੋਕ ਆਫ ਹੇਅਰ ਬਿਲੋਂਗਿੰਗ ਟੂ ਅ ਰਿਨਾਊਂਡ ਬਿਊਟੀ, ਇੱਕ ਬੜੀ ਸੋਹਣੀ ਔਰਤ ਸੀ, ਉਸਦੇ ਬਾਲਾਂ ਨੂੰ ਕੱਟ ਕੇ ਲੈ ਜਾਂਦਾ ਹੈ ਉਹ, ਅਤੇ ਉਸ ਦੇ ਬਾਲਾਂ ਨੂੰ ਕੱਟਣ ਦੇ ਉਸਦੇ ਉੱਪਰ ਇੱਕ ਪੋਇਮ ਲਿਖ ਦਿੱਤੀ ਜਾਵੇ ਔਰ ਮਜ਼ਾਕ ਉਡਾਇਆ ਜਾਵੇ। ਮੌਕ ਐਪਿਕ ਇਜ਼ ਮਜ਼ਾਕ ਉਡਾਉਣਾ। ਇਹ ਇਸ ਦੇ ਨਾਲ ਲਿਖੀ ਹੋਈ ਇਸ ਤਰੀਕੇ ਨਾਲ, ਜਿਸ ਕਰਕੇ ਬਹੁਤ ਲੜਾਈ ਹੋਈ ਦੋ ਕੈਥੋਲਿਕ ਫੈਮਲੀਜ਼ ਦੇ ਵਿੱਚ, ਅਤੇ ਇਸ ਲੜਾਈ, ਇਸ ਝਗੜੇ, ਇਸ ਕੁਐਰਲ ਕਰਕੇ ਸਾਰਾ ਜਿਹੜਾ ਉਹਨਾਂ ਪਰਿਵਾਰਾਂ ਦੇ ਵਿੱਚ ਇੰਨਾ ਲੜਾਈ ਔਰ ਇੰਨਾ ਝਗੜਾ ਹੋਇਆ ਕਿ ਉਹਨਾਂ ਨੇ ਉਹਨਾਂ ਦੇ ਵਿੱਚ ਜਿਹੜੇ ਕੁੜੀ ਅਤੇ ਮੁੰਡੇ ਦਾ ਜਿਹੜਾ ਰੌਲਾ ਸੀ ਜਾਂ ਜਿਨ੍ਹਾਂ ਨੂੰ ਪਿਆਰ ਸੀ ਇੱਕ ਦੂਜੇ ਨਾਲ, ਉਹ ਉਹਨਾਂ ਦਾ ਵਿਆਹ ਨਹੀਂ ਹੋ ਪਾਇਆ, ਅਤੇ ਇਸੇ ਦੇ ਲਈ ਇਹ ਪੋਇਮ ਲਿਖੀ ਗਈ। ਅਤੇ ਇਹ ਪੋਪ ਨੇ ਇਹ ਪੋਇਮ ਲਿਖੀ ਸੀ, ਦ ਰੇਪ ਆਫ ਦੀ ਲੋਕ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਇਸੇ ਬੇਸਿਸ ਦੇ ਉੱਤੇ ਐਪਿਕ ਟ੍ਰੈਡੀਸ਼ਨ ਨੂੰ ਐਕਚੁਅਲੀ ਸੈਟਰਾਈਜ਼ ਕੀਤਾ ਗਿਆ ਹੈ। ਸਟਾਇਰ ਹੈ ਉਸ ਟ੍ਰੈਡੀਸ਼ਨ ਦਾ, ਔਰ ਇਸ ਟ੍ਰੈਡੀਸ਼ਨ ਨੂੰ ਕਾਇਮ ਰੱਖਦੇ ਹੋਏ ਜਿਹੜੀ ਪੋਇਟਰੀ ਲਿਖੀ ਜਾਂਦੀ ਸੀ, ਉਹਨਾਂ ਨੂੰ ਅਸੀਂ ਕਹਿੰਦੇ ਸੀ ਕਿ ਇਹ ਮੌਕ ਐਪਿਕ ਹੈ, ਮਤਲਬ ਐਪਿਕ ਦਾ ਮਜ਼ਾਕ ਉਡਾਇਆ ਗਿਆ ਹੈ। ਐਪਿਕ ਇੱਕ ਬਹੁਤ ਵਧੀਆ ਵੱਡੀ ਪੋਇਮ ਜੋ ਕਿਸੇ ਅੱਛੇ ਮੈਟਰ 'ਤੇ, ਔਰ ਇਹ ਫਜ਼ੂਲ ਜੀ ਗੱਲ ਦੇ ਉੱਤੇ ਇੱਕ ਲਿਖੀ ਹੋਈ ਪੋਇਮ। ਜਦੋਂ ਮੌਕ ਹੀਰੋਇਕ ਕੈਰੈਕਟਰ, ਜਿਹੜਾ ਮੇਨ ਕੈਰੈਕਟਰ ਹੁੰਦਾ ਸੀ, ਉਹਨੂੰ ਇਹਦੇ 'ਤੇ ਲੈ ਲਿਆ ਜਾਂਦਾ ਸੀ, ਉਹਨੂੰ ਇਸ ਦੇ ਟਾਈਟਲ ਦੇ ਵਿੱਚ ਲੈ ਲਿਆ ਜਾਂਦਾ ਸੀ, ਔਰ ਉਸ ਦੀ ਜਿਹੜੇ ਕੈਰੈਕਟਰ ਸੀ ਉਸ ਪੋਇਮ ਦੇ ਵਿੱਚ ਮਜ਼ਾਕ ਬਣ ਕੇ ਰਹਿ ਜਾਂਦੇ ਸੀ। ਹੁਣ ਰੇਪ ਆਫ ਦੀ ਲੋਕ ਇਜ਼ ਹੇਅਰ, ਮੈਂ ਤੁਹਾਨੂੰ ਦੱਸਿਆ ਕਿ ਉਹ ਹੇਅਰ ਨੂੰ ਕਹਿੰਦੇ ਨੇ, ਔਰ ਇਸ ਦੇ ਉੱਪਰ ਇੱਕ ਐਡੀ ਵੱਡੀ ਕਵਿਤਾ ਲਿਖ ਦੇਣੀ
ਤਾਂ ਉਹ ਇੱਕ ਮਜ਼ਾਕ ਉਡਾਉਣਾ ਹੈ ਇੱਕ ਬੜੀ ਛੋਟੀ ਜਿਹੀ ਚੀਜ਼ ਦਾ, ਵਾਲਾਂ ਦੇ ਕੱਟਣ ਦਾ। ਨੈਕਸਟ ਕਰਦੇ ਹਾਂ ਆਪਾਂ ਮੈਟਾਫਿਜ਼ੀਕਲ ਕੰਸੀਟ। ਕੰਸੀਟ ਹੁੰਦਾ ਹੈ ਕੰਪੈਰੀਜ਼ਨ। ਕੰਪੈਰੀਜ਼ਨ ਕੀ ਹੈ? ਜਦੋਂ ਦੋ ਚੀਜ਼ਾਂ ਨੂੰ ਜਿਹੜੀਆਂ ਬਿਲਕੁਲ ਡਿਫਰੈਂਟ ਨੇ ਇੱਕ ਦੂਸਰੇ ਤੋਂ, ਉਹਨਾਂ ਨੂੰ ਸਟੇਟ ਕੀਤਾ ਜਾਵੇ ਦੈਟ ਦੇ ਆਰ ਸਿਮਿਲਰ ਐਂਡ ਵਨ ਕੈਨ ਬੀ ਯੂਜ਼ ਟੂ ਐਕਸਪਲੇਨ ਐਂਡ ਐਨਾਲਾਈਜ਼ ਦੀ ਅਦਰ, ਤਾਂ ਉਸ ਨੂੰ ਕਿਹਾ ਜਾਂਦਾ ਹੈ ਕੰਸੀਟ। ਮਤਲਬ ਕੋਈ ਚੀਜ਼ ਇਹੋ ਜਿਹੀ, a brief comparison can be a conceit if two things patently unlike or of which we should never think of together are shown to be alike in a single point in such a way or in such a context that we feel their incongruity. Here a conceit is like a spark made by striking two stones together. After the flash the two stones are just two stones. ਅੱਗ ਤੇ ਉਹਦੇ ਵਿੱਚੋਂ ਜਿਹੜਾ ਸਪਾਰਕ ਨਿਕਲਣਾ ਉਸਨੇ ਲਾਉਣੀ ਹੈ ਨਾ, ਅਤੇ ਬਾਕੀ ਤਾਂ ਉਸ ਪੱਥਰ ਹੀ ਨੇ ਦੋਨੋਂ, ਉਹਨਾਂ ਦਾ ਤਾਂ ਕੋਈ ਮਤਲਬ ਨਹੀਂ ਹੈ। ਇਸ ਤਰ੍ਹਾਂ ਦਾ ਮਟੀਰੀਅਲ ਜਿਹਨਾਂ ਨੂੰ ਦੋਹਾਂ ਨੂੰ ਇਕੱਠੇ ਕਰਕੇ ਬਣਾ ਦਿੱਤਾ ਜਾਵੇ ਤਾਂ ਉਸ ਨੂੰ ਕਹਿੰਦੇ ਨੇ ਮੈਟਾਫਿਜ਼ੀਕਲ ਕੰਸੀਟ। ਇਹ ਕੰਸੈਪਟ ਨੂੰ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜੌਨ ਡਨ ਨੇ ਆਪਣੀ ਪੋਇਟਰੀ ਦੇ ਵਿੱਚ। ਜੌਨ ਡਨ ਜਿਹੜਾ ਸੀ ਉਸ ਨੇ ਬੜੀਆਂ ਹੀ ਅਜੀਬੋ ਗਰੀਬ ਚੀਜ਼ਾਂ ਨੂੰ ਯੂਜ਼ ਕਰਕੇ ਆਪਣੀ ਪੋਇਟਰੀ ਨੂੰ ਇਸਤੇਮਾਲ ਮੈਟਾਫਿਜ਼ੀਕਲ ਸਟੇਟਸ ਲੈ ਗਿਆ। ਮੈਟਾਫਿਜ਼ੀਕਲ ਅਬਵ ਦਾ ਫਿਜ਼ੀਕਲ, ਉਹ ਚੀਜ਼ ਜਿਹੜੀ ਜਿਉਂਦਿਆਂ ਦੇ ਵਿੱਚ ਨਹੀਂ ਹੈ, ਜਿਹੜੀ ਬਹੁਤ ਹੀ ਉਚਾਈ 'ਤੇ ਚਲੀ ਜਾਂਦੀ ਹੈ, ਉਹ ਪੋਇਟਰੀ ਪਾਪੂ ਨੂੰ ਕਹਦੇ ਹੌਲੀ ਕਰਦੇ, ਉਸ ਦੇ ਵਿੱਚ ਲੈ ਕੇ ਉਹਨੇ ਪੋਇਟਰੀ ਲਿਖੀ ਹੋਈ ਹੈ। ਅਤੇ ਉਸ ਨੂੰ ਜਦੋਂ ਅਸੀਂ ਡਿਫਾਈਨ ਕਰਨੇ ਹਾਂ, ਉਹ ਪੋਇਮ ਨੂੰ ਜਦੋਂ ਅਸੀਂ ਡਿਫਾਈਨ ਕਰਨੇ ਹਾਂ, ਤਾਂ ਜਦੋਂ ਤੁਸੀਂ ਜੌਨ ਡਨ ਦੀ ਪੋਇਟਰੀ ਪੜ੍ਹੋਗੇ ਦੈਨ ਯੂ ਵਿਲ ਅੰਡਰਸਟੈਂਡ। ਜਿਵੇਂ ਗੁੱਡ ਮੋਰੋ ਉਹਦੀ ਪੋਇਮ ਹੈ, ਉਹਦੇ ਵਿੱਚ ਦੋ ਲਵਰਸ ਹੈ, ਉਹਨਾਂ ਨੂੰ ਦੋ ਹੈਮਿਸਫੀਅਰਸ ਦੇ ਨਾਲ ਕੰਪੇਅਰ ਕੀਤਾ ਗਿਆ ਅਤੇ ਉਹਨਾਂ ਨੂੰ ਯੂਨਾਈਟ ਹੋਣਾ ਜਾਂ ਉਹਨਾਂ ਦਾ ਵਿਆਹ ਹੋਣਾ ਜਾਂ ਉਹਨਾਂ ਦਾ ਇਕੱਠਾ ਹੋਣਾ ਇੱਕ ਆਈਡੀਅਲ ਕ੍ਰੀਏਟ ਕਰਦਾ ਹੈ। ਉਹ ਉਸ ਆਈਡੀਅਲ ਨੂੰ ਕ੍ਰੀਏਟ ਕਰਕੇ ਤੁਸੀਂ ਉਹ ਇੱਕ ਪੋਇਮ ਲਿਖ ਦਿੰਦੇ ਹੋ। ਜਿਵੇਂ ਇੱਕ ਅਰਥ ਹੋਵੇ, ਅਰਥ ਦੇ ਦੋ ਹੈਮਿਸਫੀਅਰਸ ਜਦੋਂ ਇਕੱਠੇ ਹੋ ਜਾਂਦੇ ਨੇ ਤਾਂ ਉਹ ਬਣ ਜਾਂਦੇ ਹੈ ਦੋ ਲਵਰਸ, ਅਤੇ ਉਹਨਾਂ ਦੇ ਵਿੱਚ ਨਾ ਕੋਈ ਨਾਰਥ ਸਾਈਡ ਹੈ, ਨਾ ਕੋਈ ਵੈਸਟ ਸਾਈਡ ਹੈ, ਨਾ ਕੁਛ ਹੋਰ ਹੈ। ਇਹ ਸਾਰੀ ਚੀਜ਼ਾਂ ਤੁਸੀਂ ਜੌਨ ਡਨ ਦੀ ਪੋਇਟਰੀ ਵਿੱਚ ਪਾਓਗੇ ਜਦੋਂ ਤੁਸੀਂ ਉਹਨੂੰ ਪੜ੍ਹੋਗੇ ਮੈਟਾਫਿਜ਼ੀਕਲ ਕੰਸੀਟਸ ਨੂੰ। ਨੈਗੇਟਿਵ ਕੈਪੇਬਿਲਿਟੀ, ਇਹ ਟਰਮ ਜਿਹੜੀ ਹੈ ਨੈਗੇਟਿਵ ਕੈਪੇਬਿਲਿਟੀ, ਇਹ ਜੌਨ ਕੀਟਸ ਨੇ ਯੂਜ਼ ਕੀਤੀ ਹੈ। ਇਹ ਹੁੰਦੀ ਹੈ ਜਦੋਂ ਕੋਈ ਪੋਇਟ ਆਪਣੇ ਆਪ ਨੂੰ ਆਈਡੈਂਟੀਫਾਈ ਕਰਦਾ ਹੈ ਵਿਦ ਦੀ ਕੈਰੈਕਟਰ ਬੀਇੰਗ ਡਿਸਕਰਾਈਬਡ ਇਨ ਹਿਜ਼ ਪੋਇਟਰੀ। ਜਿਹੜਾ ਵੀ ਉਸ ਦੇ ਵਿੱਚ ਉਹ ਕੈਰੈਕਟਰ ਨੂੰ ਡਿਸਕਰਾਈਬ ਕਰ ਰਿਹਾ ਹੈ, ਐਕਚੁਅਲੀ ਉਹ ਆਪਣੇ ਆਪ ਨੂੰ ਹੀ ਉਹ ਡਿਸਕਰਾਈਬ ਕਰ ਰਿਹਾ ਹੈ, ਆਪਣੇ ਆਪ ਦੀ ਹੀ ਡਿਸਕ੍ਰਿਪਸ਼ਨ ਦੇ ਰਿਹਾ ਹੈ। ਉਸ ਪੋਇਟਰੀ ਨੂੰ ਹੁਣ ਕੀਟਸ ਹੈ ਜਿਹੜਾ, ਉਹ ਕਦੇ ਵੀ ਆਪਣੀ ਕਿਸੇ ਹੋਰ ਦੀ ਲਿਖੀ ਹੋਈ ਫਿਲਾਸਫੀ 'ਤੇ ਪੋਇਟਰੀ ਨਹੀਂ ਲਿਖਦਾ ਸੀ। ਉਹ ਆਪਣੀ ਪੋਇਟਰੀ ਆਪਣੇ ਮੁਤਾਬਿਕ ਆਪਣੇ ਡਿਜ਼ਾਈਨ ਦੀ ਹੀ ਲਿਖਦਾ ਸੀ। ਉਸ ਦਾ ਜਿਹੜਾ ਪੋਇਟੀਕਲ ਕੈਰੈਕਟਰ ਹੈ ਉਹਦੇ ਵਿੱਚ ਕੋਈ ਸੈਲਫ ਨਹੀਂ ਹੁੰਦਾ, ਮਤਲਬ ਕੈਰੈਕਟਰ ਉਹੀ ਹੈ, ਕੀਟਸ ਹੀ ਕੈਰੈਕਟਰ ਹੈ, ਪਰ ਉਹਦੇ ਵਿੱਚ ਕੋਈ ਸੈਲਫ ਨਹੀਂ ਹੈ। ਇਟ ਇਜ਼ ਐਵਰੀਥਿੰਗ ਐਂਡ ਨਥਿੰਗ। ਇਹ ਕੀਟਸ ਖੁਦ ਕਹਿੰਦਾ ਹੈ, ਕਹਿੰਦਾ ਮੇਰਾ ਜਿਹੜਾ ਪੋਇਟੀਕਲ ਕੈਰੈਕਟਰ ਹੈ it has no self, it is everything and it is nothing. It has no character, it enjoys light and shade, it lives in gusto, be it foul or fair, high or low, rich or poor, mean or elevated. ਮਤਲਬ ਉਹਦੇ 'ਚ ਕੁਛ ਵੀ ਹੋ ਸਕਦਾ ਹੈ, ਵਧੀਆ ਤੋਂ ਵਧੀਆ, ਮਾੜੇ ਤੋਂ ਮਾੜਾ, ਅੱਛੇ ਤੋਂ ਅੱਛਾ, ਚੰਗੇ ਤੋਂ ਚੰਗਾ, ਵਧੀਆ ਤੋਂ ਵਧੀਆ, ਔਰ ਹਰ ਚੀਜ਼ ਦਾ ਇੱਕ ਐਕਸਟ੍ਰੀਮਿਟੀ ਹੈ। ਅਗਰ ਪੂਅਰ ਹੈ ਤਾਂ ਪੂਅਰ ਹੈ, ਰਿਚ ਹੈ ਤਾਂ ਰਿਚ ਹੈ, ਐਲੀਵੇਟਡ ਹੈ ਤਾਂ ਬੜੇ ਉੱਚਾਈ ਤੱਕ ਹੈ, ਔਰ ਮੀਨ ਹੈ ਬਿਲਕੁਲ ਥੱਲੇ ਡਿੱਗਿਆ ਹੋਇਆ ਤਾਂ ਉਹ ਬਿਲਕੁਲ ਹੀ ਮੀਨ ਹੈ। ਰਿਚ ਔਰ ਪੂਅਰ, ਫਿਰ ਫੇਅਰ, ਫਾਉਲ ਔਰ ਫੇਅਰ, ਬਹੁਤ ਮਾੜਾ ਵੀ ਹੈ ਅਤੇ ਬਹੁਤ ਚੰਗਾ ਵੀ ਹੈ, ਹਾਈ ਵੀ ਹੈ ਔਰ ਲੋ ਵੀ ਹੈ। ਕੀਟਸ ਦੇ ਵਿੱਚ ਪ੍ਰੀ ਕੰਡੀਸ਼ਨ ਆਫ ਪੋਇਟਰੀ ਇਜ਼ ਸਬਮਿਸ਼ਨ ਟੂ ਥਿੰਗਸ ਐਜ਼ ਦੇ ਆਰ ਵਿਦਾਊਟ ਟਰਾਈਂਗ ਟੂ ਇੰਟੈਲੈਕਚੁਅਲਾਈਜ਼ ਦੈਮ ਇਨਟੂ ਸਮਥਿੰਗ ਐਲਸ। ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਪੋਇਟਰੀ ਵਿੱਚ ਦੇਖਦੇ ਹਾਂ ਤਾਂ ਉਹਨੂੰ ਅਸੀਂ ਆਪਣੇ ਦਿਮਾਗ ਨਾਲ ਨਹੀਂ ਪੜ੍ਹ ਸਕਦੇ। ਤੁਸੀਂ ਕਦੇ ਵੀ ਪੋਇਟਰੀ ਨੂੰ ਪੜ੍ਹੋਗੇ ਤਾਂ ਸੈਂਟੀਮੈਂਟਸ ਅਤੇ ਇਮੋਸ਼ਨਸ ਦੇ ਨਾਲ ਪੜ੍ਹੋਗੇ। ਅਗਰ ਤੁਸੀਂ ਉਹਦੇ 'ਚ ਦਿਮਾਗ ਵਾੜੋਗੇ ਕਿ ਬਈ ਦਿਮਾਗ, ਦਿਲ ਮੇਰਾ ਦੁੱਖ ਰਿਹਾ ਹੈ, then you will not be able to understand poetry.
ਉਹਦੇ ਲਈ ਤੁਹਾਨੂੰ ਆਪਣੇ ਅੰਦਰੋਂ ਜਿਹੜੀ ਆਵਾਜ਼ ਆਏਗੀ ਨਾ, ਉਹ ਇਹੀ ਆਏਗੀ ਕਿ ਜਿਹੜੀ ਪੋਇਟਰੀ ਹੈ ਉਸ ਦੇ ਵਿੱਚ ਪੋਇਟਰੀ ਨੂੰ ਪੜ੍ਹਨ ਲਈ ਸੈਂਟੀਮੈਂਟਸ ਔਰ ਇਮੋਸ਼ਨਸ ਜ਼ਰੂਰੀ ਨੇ। ਪੋਇਟ ਜਿਹੜਾ ਹੈ ਉਹ ਆਈਡੈਂਟੀਫਾਈ ਕਰਦਾ ਹੈ ਉਹਨਾਂ ਸੈਂਟੀਮੈਂਟਸ ਦੇ ਨਾਲ, ਅਤੇ ਤਾਂ ਹੀ ਉਹ ਪੋਇਟਰੀ ਲਿਖਦਾ ਹੈ। ਹੁਣ ਕੀਟਸ ਦੀ ਪੋਇਮ ਦੇਖ ਲਓ, ਓਡ ਟੂ ਅ ਨਾਈਟਿੰਗੇਲ, ਫਿਰ ਜਾਂ ਸੋਲਿਟਰੀ ਰੀਪਰ, ਅਗਰ ਉਹ ਦੇਖਦੇ ਹਾਂ ਤਾਂ ਅਗਰ ਉਹ ਉਹਦੇ ਨਾਲ ਆਈਡੈਂਟੀਫਾਈ ਕੀਤਾ, ਇੱਕ ਨਾਈਟਿੰਗੇਲ ਆਪ ਬਣਿਆ ਕੀਟਸ, ਤਾਂ ਹੀ ਉਹ ਨਾਈਟਿੰਗੇਲ ਨੂੰ ਲਿਖ ਸਕਿਆ ਨਾ, ਨਾਈਟਿੰਗੇਲ ਬਾਰੇ ਲਿਖ ਸਕਿਆ। ਉਸੇ ਹੀ ਤਰ੍ਹਾਂ ਰੀਪਰ ਹੈ, ਉਹ ਬੜੀ ਟਾਇਰਡ ਰੀਪਰ ਹੈ। ਰੀਪ ਕਰਦਾ ਹੁੰਦਾ ਕੌਣ? ਜਿਹੜਾ ਫਸਲ ਨੂੰ ਕੱਟ ਰਿਹਾ ਹੈ। ਕੱਲੀ ਸੋਲਿਟਰੀ ਰੀਪਰ, ਉਹ ਖੜੀ ਹੈ ਕੱਲੀ ਐਡੇ ਵੱਡੇ ਖੇਤ ਦੇ ਵਿੱਚ ਔਰ ਆਪਣਾ ਗਾਣਾ ਗਾ ਰਹੀ ਹੈ, ਆਪਣੇ ਆਪ ਨੂੰ ਸੁਣਾ ਰਹੀ ਹੈ। ਅਤੇ ਉਹ ਜਿਹੜੀ ਪੋਇਟਰੀ ਹੈ ਉਹ ਰੀਪਰ ਦੇ ਜਿਹੜੇ ਦਿਮਾਗ 'ਚੋਂ, ਦਿਲ 'ਚੋਂ ਨਿਕਲੀ ਹੈ। ਉਹਨੂੰ ਤੁਸੀਂ ਅਗਰ ਇੰਟੈਲੈਕਚੁਅਲੀ ਸੋਚੋਗੇ, ਅਗਰ ਉਹਨੂੰ ਮਨ ਦੇ ਨਾਲ ਜਾਂ ਇਹ ਕਹੋ ਕਿ ਦਿਮਾਗ ਨਾਲ ਸੋਚੋਗੇ, ਤਾਂ ਤੁਹਾਨੂੰ ਉਹ ਪੋਇਮ ਕਦੇ ਚੰਗੀ ਨਹੀਂ ਲੱਗੂਗੀ। ਤੁਸੀਂ ਉਹਨੂੰ ਸਮਝ ਹੀ ਨਹੀਂ ਪਾਓਗੇ ਕਿ ਉਹ ਕੀ ਕਰ ਰਹੀ ਹੈ। ਪਾਗਲ ਹੈ ਉਹ, ਇਕੱਲੀ ਖੜੀ ਹੈ ਉੱਥੇ, ਐਵੇਂ ਵੱਢੀ ਜਾਂਦੀ ਹੈ ਫਸਲ ਖੜੀ, ਉਹ ਆਪਣੇ ਦੇਸ਼ ਨੂੰ ਯਾਦ ਕਰੀ ਜਾਂਦੀ ਹੈ। ਇਟ ਇਜ਼ ਨੌਨਸੈਂਸ। ਅਗਰ ਉਹੀ ਗੱਲ ਤੁਸੀਂ ਦਿਲ ਨਾਲ ਸੋਚਦੇ ਹੋ that every man who is alone somewhere far away, ਤਾਂ ਆਪਣੇ ਦੇਸ਼ ਨੂੰ, ਆਪਣੇ ਘਰਦਿਆਂ ਨੂੰ ਯਾਦ ਕਰਕੇ ਉਹਨਾਂ ਨੂੰ ਰੋਏਗਾ ਉਹ। ਸੋ ਯੂ ਸ਼ੁੱਡ, ਅਗਰ ਪੋਇਟਰੀ ਪੜ੍ਹਨਾ ਚਾਹੁੰਦੇ ਹੋ ਤਾਂ ਪੋਇਟਰੀ ਇਜ਼ ਆਲਵੇਜ਼ full of sentiments and full of emotions. ਇਸ ਤੋਂ ਬਿਨਾਂ you cannot understand poetry and you should never try to understand poetry. ਅਤੇ ਇਸੇ ਦੇ ਵਿੱਚ ਤੁਸੀਂ ਉਸ ਦੀ ਓਬਜੈਕਟਿਵਿਟੀ ਨੂੰ ਦੇਖੋਗੇ, ਉਸ ਦੇ ਡਾਊਟਸ, ਅਨਸਰਟਨਟੀਜ਼ ਨੂੰ ਦੇਖੋਗੇ, ਉਸ ਦਾ ਜਿਹੜਾ ਸੀਨ ਹੋਏਗਾ ਉਹਨੂੰ ਉੱਦਾਂ ਹੀ ਫੀਲ ਕਰੋਗੇ, ਤਾਂ ਹੀ ਤੁਸੀਂ ਨੈਗੇਟਿਵ ਕੈਪੇਬਿਲਿਟੀ ਅਚੀਵ ਕਰੋਗੇ। ਤਾਂ ਕਿਉਂਕਿ ਜਿਹੜਾ ਪੋਇਟ ਨੇ ਦੇਖਿਆ, ਉਸ ਪੋਇਟ ਨੇ ਉਹਨੂੰ ਲਿਖਿਆ, ਤਾਂ ਤੁਹਾਡੇ ਤੱਕ ਜਦੋਂ ਤੱਕ ਪਹੁੰਚਿਆ, ਤੁਹਾਡੇ ਲਈ ਉਹ ਨਵਾਂ ਹੈ, ਉਹ ਕੈਰੈਕਟਰ, ਉਹ ਚੀਜ਼, ਉਹ ਪੋਇਟਰੀ ਨਵੀਂ ਹੈ। ਸੋ ਤੁਹਾਨੂੰ ਅੰਡਰਸਟੈਂਡ ਕਰਨ ਲਈ ਉਸ ਪੋਇਟ ਦੇ ਰੂਪ ਵਿੱਚ ਜਾਣਾ ਪਏਗਾ ਔਰ ਸਮਝਣਾ ਪਏਗਾ। ਠੀਕ ਹੈ ਬੇਟਾ, ਨੈਕਸਟ ਆਪਾਂ ਕੱਲ੍ਹ ਕਰਾਂਗੇ। ਥੈਂਕ ਯੂ।